ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 35 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਹੋਇਆ ਸਨਮਾਨ। ਪੀਆਰ ਸੈਰੇਮਨੀ ਦਾ ਕੀਤਾ ਗਿਆ ਆਯੋਜਨ। ਦਸਤਾਰਧਾਰੀ ਸਿੱਖ ਨੂੰ ਕੈਨੇਡਾ ਵਿੱਚ ਮਿਲਿਆ ਮਾਣ। ਪਹਿਲਾ ਸਿੱਖ ਬਣਿਆ ਬ੍ਰੈਂਪਟਨ ਦਾ ਡਿਪਟੀ ਮੇਅਰ। ਨਸ਼ੇ ਦੀ ਇਤਿਹਾਸਿਕ ਬਰਾਮਦਗੀ ਇੱਕ ਦਿਨ ਦੇ ਵਿੱਚ ਫੜਿਆ $58 ਮਿਲੀਅਨ ਦਾ ਨਸ਼ਾ। ਹੈਲਥ ਸੈਕਟਰ ਦਾ ਸੰਕਟ ਹੋਰ ਡੂੰਘਾ, ਆ ਸਕਦੀ ਹੈ ਡਾਕਟਰਾਂ ਦੀ ਕਮੀ। 35 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਖਾਸ ਸਨਮਾਨ ਮਿਲਿਆ, ਜਿੱਥੇ ਉਹਨਾਂ ਵਾਸਤੇ ਪੀਆਰ ਸੈਰੇਮਨੀ ਕਰਵਾਈ ਗਈ। ਇੱਕ ਉਪਰਾਲਾ ਕੀਤਾ ਗਿਆ ਜਿੱਥੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਪੁਰਾਣੇ ਹਨ ਉਹਨਾਂ ਵਾਸਤੇ ਖਾਸ ਸਮਾਗਮ ਕਰਵਾਇਆ ਗਿਆ, ਜਿੱਥੇ ਉਹਨਾਂ ਵੱਲੋਂ ਜੋ ਯੋਗਦਾਨ ਪਾਇਆ ਗਿਆ ਉਸ ਦਾ ਜਸ਼ਨ ਮਨਾਇਆ ਗਿਆ। ਇਸ ਬਾਰੇ ਕੀ ਹੈ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਖਾਸ ਸਨਮਾਨ ਮਿਲਿਆ। ਇਹ ਸਨਮਾਨ ਕੁਝ ਵਿਦਿਆਰਥੀਆਂ ਨੂੰ ਹੀ ਮਿਲਿਆ, ਜਿੱਥੇ ਕੈਨੇਡਾ ਵਿੱਚ ਪਹਿਲੀ ਵਾਰ ਪੀਆਰ ਸੈਰੇਮਨੀ ਐਲੂਮੀਨਾਈ ਵਾਸਤੇ ਕਰਵਾਈ ਗਈ ਹੈ। ਇਹ ਉਪਰਾਲਾ ਸਦਰਨ ਐਲਬਰਟਾ ਇੰਸਟੀਚਿਊਟ ਆਫ ਟੈਕਨੋਲੋਜੀ ਵੱਲੋਂ ਕੀਤਾ ਗਿਆ, ਜਿੱਥੇ ਪਹਿਲੀ ਵਾਰ ਵੱਖਰੀ ਤਰ੍ਹਾਂ ਦੀ ਸੈਰੇਮਨੀ ਦੇਖਣ ਨੂੰ ਮਿਲੀ ਜੋ ਕਿ ਪੀਆਰ ਦੇ ਨਾਲ ਜੁੜੀ ਹੋਈ ਸੀ। ਇਹ ਸਮਾਗਮ 35 ਅੰਤਰਰਾਸ਼ਟਰੀ ਵਿਦਿਆਰਥੀ ਐਲੂਮਨਾਈ ਵਾਸਤੇ 26 ਅਕਤੂਬਰ ਸਾਲ 2022 ਦੌਰਾਨ ਕਰਵਾਇਆ ਗਿਆ, ਜਿੱਥੇ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਉਪਲਬਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਕੈਲਗਰੀ ਦੀ ਮੇਅਰ ਵੀ ਮੌਜੂਦ ਸਨ ਤੇ ਐਲਬਰਟਾ ਦੇ ਮਿਨਿਸਟਰ ਆਫ ਐਡਵਾਂਸਡ ਐਜੂਕੇਸ਼ਨ ਵੀ ਉਨ੍ਹਾਂ ਨਾਲ ਮੌਜੂਦ ਰਹੇ। ਐਲੂਮਨਾਈ ਨੂੰ ਕੁਝ ਖਾਸ ਸਰਟੀਫਿਕੇਟ ਵੰਡੇ ਗਏ ਤੇ ਇਹ ਸਮਾਗਮ ਮਾਂ-ਬਾਪ ਤੱਕ ਅਤੇ ਦੋਸਤਾਂ ਮਿੱਤਰਾਂ ਤੱਕ ਲਾਈਵ ਸਟ੍ਰੀਮ ਵੀ ਕੀਤਾ ਗਿਆ, ਤਾਂ ਕਿ ਉਹ ਵੀ ਦੇਖ ਸਕਣ ਕਿ ਜਿਹੜੇ ਉਹਨਾਂ ਦੇ ਬੱਚੇ ਜਾਂ ਫਿਰ ਦੋਸਤ ਹਨ ਉਹਨਾਂ ਦੀ ਉਪਲਬਧੀ ਤੇ ਕਿਸ ਤਰ੍ਹਾਂ ਜਸ਼ਨ ਮਨਾਇਆ ਜਾ ਰਿਹਾ ਹੈ। ਦਸਤਾਰਧਾਰੀ ਸਿੱਖ ਨੂੰ ਕੈਨੇਡਾ ਵਿੱਚ ਵੱਡਾ ਮਾਣ ਮਿਲਿਆ, ਜੋ ਕਿ ਪਹਿਲਾ ਦਸਤਾਰਧਾਰੀ ਬ੍ਰੈਂਪਟਨ ਦਾ ਡਿਪਟੀ ਮੇਅਰ ਬਣ ਗਿਆ ਹੈ। ਇਸ ਬਾਰੇ ਹੁਣ ਮੇਅਰ ਪੈਟਰਿਕ ਬਰਾਊਨ ਵੱਲੋਂ ਵੀ ਵਧਾਈ ਦਿੱਤੀ ਗਈ ਹੈ ਤੇ ਉਹਨਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਇਸ ਬਾਰੇ ਕੀ ਹੈ ਪੂਰੀ ਡਿਟੇਲ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕੈਨੇਡਾ ਤੋਂ ਪੰਜਾਬੀ ਭਾਈਚਾਰੇ ਵਾਸਤੇ ਇੱਕ ਅਹਿਮ ਅਤੇ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਮੂਲ ਦੇ ਹਰਕੀਰਤ ਸਿੰਘ ਵੱਲੋਂ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਗਿਆ। ਹਰਕੀਰਤ ਸਿੰਘ ਬ੍ਰੈਂਪਟਨ ਦੇ ਡਿਪਟੀ ਮੇਅਰ ਬਣੇ ਹਨ। ਦੱਸ ਦਈਏ ਕਿ ਦੂਸਰੀ ਵਾਰ ਹੈ ਜਦੋਂ ਕੌਂਸਲਰ ਦੀ ਚੋਣ ਹਰਕੀਰਤ ਸਿੰਘ ਵੱਲੋਂ ਜਿੱਤੀ ਗਈ ਹੋਵੇ। ਦਰਅਸਲ ਬ੍ਰੈਂਪਟਨ ਵਾਰਡ ਨੰਬਰ 9 ਅਤੇ 10 ਤੋਂ ਮੁੜ ਜੇਤੂ ਰਹੇ ਪੰਜਾਬੀ ਮੂਲ ਦੇ ਕੌਂਸਲਰ ਹਰਕੀਰਤ ਸਿੰਘ ਨੂੰ ਸ਼ਹਿਰ ਦਾ ਡਿਪਟੀ ਮੇਅਰ ਚੁਣਿਆ ਗਿਆ। ਹਰਕੀਰਤ ਸਿੰਘ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2018 ਦੇ ਵਿੱਚ ਪਹਿਲੀ ਵਾਰ ਉਹ ਕੌਂਸਲਰ ਦੇ ਤੌਰ ਤੇ ਉੱਪਰ ਚੁਣੇ ਗਏ ਸਨ ਤੇ ਇਸ ਤੋਂ ਪਹਿਲਾਂ ਉਹ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਸਕੂਲ ਟਰਸਟੀ ਦੀਆਂ ਸੇਵਾਵਾਂ ਵੀ ਨਿਭਾ ਚੁੱਕੇ ਨੇ। ਹਰਕੀਰਤ ਸਿੰਘ ਨੂੰ ਕੈਨੇਡਾ ਵਿੱਚ ਪਹਿਲੇ ਦਸਤਾਰਧਾਰੀ ਡਿਪਟੀ ਮੇਅਰ ਬਣਨ ਦਾ ਮਾਣ ਹਾਸਿਲ ਹੋਇਆ। ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਨੇ ਹਰਕੀਰਤ ਸਿੰਘ ਨੂੰ ਚੁਣੇ ਜਾਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਰਕੀਰਤ ਇੱਕ ਸਮਰਪਿਤ ਅਤੇ ਮਿਹਨਤੀ ਕੌਂਸਲਰ ਹੈ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਮੈਨੂੰ ਭਰੋਸਾ ਹੈ ਕਿ ਉਹ ਆਪਣੀਆਂ ਸੇਵਾਵਾਂ ਵਧੀਆ ਤਰੀਕੇ ਨਾਲ ਨਿਭਾਉਣਗੇ। ਦੱਸਣਯੋਗ ਹੈ ਕਿ ਚੋਣਾਂ ਦੌਰਾਨ ਹਰਕੀਰਤ ਸਿੰਘ ਤੋਂ ਇਲਾਵਾ ਵਾਰਡ ਨੰਬਰ 2 ਅਤੇ 6 ਤੋਂ ਨਵਜੀਤ ਕੌਰ ਬਰਾੜ ਕੌਂਸਲਰ ਚੁਣੇ ਗਏ। ਗੁਰਪ੍ਰਤਾਪ ਸਿੰਘ ਤੂਰ ਵਾਰਡ ਨੰਬਰ 9 ਤੇ 10 ਤੋਂ ਰੀਜਨਲ ਕੌਂਸਲਰ ਚੁਣੇ ਗਏ। ਇਸ ਤੋਂ ਇਲਾਵਾ ਹੋਰ ਕਈ ਸ਼ਹਿਰਾਂ ਦੇ ਵਿੱਚ ਪੰਜਾਬੀ ਮੇਅਰ ਤੇ ਡਿਪਟੀ ਮੇਅਰ ਵੀ ਚੁਣੇ ਗਏ ਨੇ। ਇਹਨਾਂ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਰਾਜ ਸੰਧੂ ਅੰਟੈਰੀਓ ਦੇ ਬ੍ਰੈਕਫੋਰਡ ਸ਼ਹਿਰ ਦੇ ਡਿਪਟੀ ਮੇਅਰ ਚੁਣੇ ਗਏ ਸਨ। ਇਸ ਸਾਲ ਹੋਈਆਂ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਸੁਰਿੰਦਰਪਾਲ ਰਾਠੌਰ ਵਿਲੀਅਮਸ ਲੇਕ ਸ਼ਹਿਰ ਤੋਂ ਮੇਅਰ ਦੀ ਚੋਣ ਜਿੱਤੇ। ਲੰਘੇ ਸਾਲ ਹੋਈਆਂ ਚੋਣਾਂ ਦੇ ਵਿੱਚ ਸਾਬਕਾ ਫੈਡਰਲ ਮਿਨਿਸਟਰ ਅਮਰਜੀਤ ਸੋਹੀ ਐਡਮਿੰਟਨ ਸ਼ਹਿਰ ਦੇ ਮੇਅਰ ਚੁਣੇ ਗਏ ਸਨ। ਇਸੇ ਤਰ੍ਹਾਂ ਕੈਲਗਰੀ ਸ਼ਹਿਰ ਦੇ ਵਿੱਚ ਪੰਜਾਬੀ ਮੂਲ ਦੀ ਜੋਤੀ ਗੋਡੈਕ ਨੇ ਬਾਜੀ ਮਾਰੀ। ਜੋਤੀ ਕੈਲਗਰੀ ਤੋਂ ਪਹਿਲੀ ਔਰਤ ਮੇਅਰ ਹੋਣ ਦਾ ਮਾਣ ਹਾਸਿਲ ਕਰ ਚੁੱਕੇ ਹਨ ਤੇ ਜੋ ਤਾਜ਼ਾ ਖਬਰ ਸਾਹਮਣੇ ਆਈ ਹੈ ਉਸ ਮੁਤਾਬਕ ਹਰਕੀਰਤ ਸਿੰਘ ਬ੍ਰੈਂਪਟਨ ਦੇ ਡਿਪਟੀ ਮੇਅਰ ਚੁਣੇ ਗਏ ਨੇ। ਪੁਲਿਸ ਵੱਲੋਂ ਨਸ਼ੇ ਖਿਲਾਫ ਹੁਣ ਤੱਕ ਦੀ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ $58 ਮਿਲੀਅਨ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ TPS ਦੀ ਹਿਸਟਰੀ ਦੇ ਵਿੱਚ ਇੱਕ ਦਿਨ ਅੰਦਰ ਹੁਣ ਤੱਕ ਦੀ ਇਹ ਵੱਡੀ ਮਾਤਰਾ ਹੈ ਜੋ ਨਸ਼ੇ ਦੀ ਉਨ੍ਹਾਂ ਵੱਲੋਂ ਬਰਾਮਦ ਕੀਤੀ ਗਈ। ਟੋਰਾਂਟੋ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ 600 ਕਿਲੋਗ੍ਰਾਮ ਨਾਰਕੋਟਿਕਸ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਨਾਲ ਜੁੜੀ ਹੋਈ 4 ਹਫ਼ਤਿਆਂ ਤੋਂ ਜਾਂਚ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਹੱਥ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਪਹਿਲਾਂ 246 ਕਿਲੋਗ੍ਰਾਮ ਕੋਕੇਨ ਤੇ ਕ੍ਰਿਸਟਲ ਮੈਥਮਫੈਟਾਮਾਈਨ ਬਰਾਮਦ ਕੀਤੀ ਗਈ ਸੀ, ਜਿਸ ਦੀ ਜਾਣਕਾਰੀ ਅਪ੍ਰੈਲ ਮਹੀਨੇ ਦੇ ਨਾਲ ਜੁੜੀ ਹੋਈ ਹੈ।
ਜਿਹੜੇ ਨਸ਼ੇ ਬਰਾਮਦ ਕੀਤੇ ਗਏ ਉਹਨਾਂ ਦੀ ਸਟਰੀਟ ਵੈਲਿਊ $28 ਮਿਲੀਅਨ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਬਾਰੇ ਕੋਈ ਹੋਰ ਬਹੁਤੀ ਜਾਣਕਾਰੀ ਤਾਂ ਨਹੀਂ ਦਿੱਤੀ ਗਈ, ਪਰ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਅਪਡੇਟ ਸਾਂਝੀ ਕੀਤੀ ਹੈ। ਹੁਣ ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। This is the single largest day seizure in the history of the Toronto Police Service. The previous record, which was set in April of this year, the unit had seized 286 kilograms of cocaine and crystal methamphetamine at that time. Today, here in front of you, you see 671 kilograms of cocaine and crystal methamphetamine. The back-to-back seizure of this magnitude speaks to the dedication and skill of our officers, who are conducting investigations that are strategic, intelligence-led, and are carried out in a manner focused on preventing harm and improving community safety and well-being. During the course of this particular investigation, our investigators identified 2 addresses here in Toronto being used as stash houses for these illicit drugs. Following a considerable investigation, we obtained judicial authorization for those 2 addresses and 3 vehicles. On October 5th of this year, we executed those said warrants, and what you're seeing here is a result of those warrants. The estimated street value of the drugs that you see here before you, the 671 kilograms, is approximately $58 million. I can tell you that we have identified 3 people in connection to trafficking these substances. We have been in contact with their legal counsel, and we anticipate arrests coming soon. Once those arrests are made, their names will be public, and they will be charged, or they will be facing charges of possession of cocaine and crystal methamphetamine for the purpose of trafficking. I cannot understate the significance of a seizure of this size or the social cost that these drugs would have inflicted on our communities. The drugs that were seized in these stash houses were destined for our neighborhoods. Intercepting the flow of these drugs have prevented possible overdoses, which we all know is an epidemic facing our communities as we speak. ਹੈਲਥ ਸੰਕਟ ਹੋਰ ਵੀ ਡੂੰਘਾ ਹੋ ਸਕਦਾ ਹੈ। ਇਸ ਬਾਰੇ ਇੱਕ ਸਰਵੇ ਤੋਂ ਖੁਲਾਸਾ ਹੋਇਆ, ਜਿੱਥੇ ਪਤਾ ਚੱਲਿਆ ਕਿ ਬਹੁਤ ਸਾਰੇ ਜਿਹੜੇ ਡਾਕਟਰ ਪ੍ਰੈਕਟਿਸ ਕਰ ਰਹੇ ਨੇ, ਉਹ ਆਪਣੀ ਪ੍ਰੈਕਟਿਸ ਅਗਲੇ ਕੁਝ ਸਾਲਾਂ ਦੌਰਾਨ ਛੱਡ ਸਕਦੇ ਨੇ, ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਮਾਹਰਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਫੈਮਿਲੀ ਡਾਕਟਰ ਲੱਭਣ ਦੇ ਵਿੱਚ ਸਮੱਸਿਆ ਹੋਵੇਗੀ ਤੇ ਜਿਹੜਾ ਹੈਲਥ ਸੈਕਟਰ ਦੇ ਉੱਪਰ ਸੰਕਟ ਹੈ ਉਹ ਹੋਰ ਵੀ ਡੂੰਘਾ ਹੋ ਸਕਦਾ ਹੈ। ਇੱਕ ਸਰਵੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਆਪਣੀ ਪ੍ਰੈਕਟਿਸ ਟੋਰਾਂਟੋ ਦੇ 20% ਡਾਕਟਰਾਂ ਵੱਲੋਂ ਬੰਦ ਕਰ ਦਿੱਤੀ ਜਾਵੇਗੀ। ਐਕਸਪਰਟਸ ਹੀ ਲਗਾਤਾਰ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਡਾਕਟਰਾਂ ਦੀ ਘਾਟ ਦਾ ਸੰਕਟ ਹੋਰ ਵੀ ਡੂੰਘਾ ਹੋ ਜਾਵੇਗਾ। ਜੀ ਹਾਂ, ਮੌਜੂਦਾ ਸਮੇਂ ਓਨਟਾਰੀਓ ਦਾ ਹੈਲਥ ਸਿਸਟਮ ਪਹਿਲਾਂ ਹੀ ਸੰਕਟ ਦੇ ਵਿੱਚ ਦਿਖਾਈ ਦੇ ਰਿਹਾ ਹੈ। ਇੱਕ ਸਰਵੇਖਣ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਟੋਰਾਂਟੋ ਦੇ ਲਗਭਗ 20% ਫੈਮਿਲੀ ਡਾਕਟਰ ਆਉਣ ਵਾਲੇ 5 ਸਾਲਾਂ ਦੇ ਵਿੱਚ ਆਪਣੀ ਪ੍ਰੈਕਟਿਸ ਬੰਦ ਕਰ ਦੇਣਗੇ। ਐਕਸਪਰਟਸ ਮੁਤਾਬਕ ਜੇਕਰ ਅਜਿਹਾ ਹੋਇਆ ਤਾਂ ਲੋਕਾਂ ਨੂੰ ਫੈਮਿਲੀ ਡਾਕਟਰ ਲੱਭਣ ਦੇ ਵਿੱਚ ਹੋਰ ਵੀ ਦਿੱਕਤ ਆਵੇਗੀ। ਇੱਕ ਅਧਿਐਨ ਜਿਸ ਦੀ ਅਗਵਾਈ ਸੇਂਟ ਮਾਈਕਲ ਹਸਪੀਟਲ ਅਤੇ ਯੂਨਿਟੀ ਹੈਲਥ ਟੋਰਾਂਟੋ ਵੱਲੋਂ ਕੀਤੀ ਗਈ, ਉਹਨਾਂ ਦੀ ਲੇਖਕ ਨੇ ਕਿਹਾ ਕਿ ਮੈਂ ਸੱਚਮੁੱਚ ਚਿੰਤਾ ਵਿੱਚ ਹਾਂ। ਉਹ ਕਹਿੰਦੇ ਨੇ ਕਿ ਓਨਟਾਰੀਓ ਦੇ ਵਿੱਚ ਪਹਿਲਾਂ ਹੀ 1.8 ਮਿਲੀਅਨ ਲੋਕ ਹਨ ਜਿਨ੍ਹਾਂ ਕੋਲ ਕੋਈ ਫੈਮਿਲੀ ਡਾਕਟਰ ਨਹੀਂ। ਅਜਿਹੇ ਵਿੱਚ ਇਸ ਮੁੱਦੇ ਨੂੰ ਹੱਲ ਕਰਨ ਵਾਸਤੇ ਸਖਤ ਮਿਹਨਤ ਕਰਨ ਦੀ ਲੋੜ ਹੈ। ਜਨਵਰੀ ਸਾਲ 2021 ਦੇ ਵਿੱਚ 1000 ਤੋਂ ਵੱਧ ਫੈਮਿਲੀ ਡਾਕਟਰਾਂ ਦਾ ਸਰਵੇਖਣ ਕੀਤਾ ਗਿਆ। ਕੁੱਲ 439 ਉਪਭੋਗਤਾਵਾਂ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ, ਜਿਸ ਵਿੱਚ 17.5% ਨੇ ਜਵਾਬ ਦਿੱਤਾ ਕਿ ਉਹ ਅਗਲੇ 5 ਸਾਲਾਂ ਦੇ ਵਿੱਚ ਆਪਣੀ ਪ੍ਰੈਕਟਿਸ ਬੰਦ ਕਰਨ ਦੀ ਯੋਜਨਾ ਬਣਾ ਰਹੇ ਨੇ। ਲਗਭਗ 4% ਡਾਕਟਰਾਂ ਨੇ ਕਿਹਾ ਕਿ ਉਹ ਅਗਲੇ ਸਾਲ 12 ਮਹੀਨਿਆਂ ਦੇ ਵਿੱਚ ਪ੍ਰੈਕਟਿਸ ਬੰਦ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਸਰਵੇਖਣ ਤੋਂ ਪਤਾ ਚੱਲਿਆ ਕਿ ਜੋ ਡਾਕਟਰ ਛੱਡਣ ਦੀ ਯੋਜਨਾ ਬਣਾ ਰਹੇ ਹਨ ਉਹ ਬਜ਼ੁਰਗ ਨੇ, ਜੋ ਕਿ ਰਿਟਾਇਰਮੈਂਟ ਲੈਣ ਦਾ ਇੱਕ ਕਾਰਨ ਹੈ। ਇਸ ਖੋਜ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਬਹੁਤ ਸਾਰੇ ਡਾਕਟਰ ਆਪਣੀ ਪ੍ਰਾਈਵੇਟ ਪ੍ਰੈਕਟਿਸ ਦੇ ਰਾਹ ਤੇ ਹਨ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ, ਕਿਉਂਕਿ ਪਹਿਲਾਂ ਹੀ ਮੈਡੀਕਲ ਖੇਤਰ ਦੇ ਉੱਪਰ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਪ੍ਰੋਵਿੰਸ ਵੱਲੋਂ ਕਿਹਾ ਗਿਆ ਕਿ ਵਧੇਰੇ ਡਾਕਟਰਾਂ ਦੀ ਭਰਤੀ ਨੂੰ ਉਹਨਾਂ ਵੱਲੋਂ ਤਰਜੀਹ ਦਿੱਤੀ ਜਾ ਰਹੀ ਹੈ।
ਯੂਨਿਟੀ ਹੈਲਥ ਦੁਆਰਾ ਇੱਕ ਪਿਛਲੇ ਸਰਵੇ ਦੇ ਵਿੱਚ ਦੱਸਿਆ ਗਿਆ ਸੀ ਕਿ ਓਨਟਾਰੀਓ ਅੰਦਰ 1.8 ਮਿਲੀਅਨ ਲੋਕਾਂ ਕੋਲ ਫੈਮਿਲੀ ਡਾਕਟਰ ਨਹੀਂ ਹਨ। ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਫੈਲਾਅ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਹੁਣ ਇੱਕ ਹੋਰ ਸੂਬੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜਨਤਕ ਥਾਵਾਂ ਦੇ ਉੱਪਰ ਮਾਸਕ ਪਾਇਆ ਜਾਵੇ। ਓਨਟਾਰੀਓ ਸੂਬੇ ਵੱਲੋਂ ਪਹਿਲਾਂ ਇਸ ਬਾਰੇ ਸਿਫਾਰਿਸ਼ ਕੀਤੀ ਗਈ, ਜਿਸ ਤੋਂ ਬਾਅਦ ਹੁਣ ਕਿਊਬਿਕ ਸੂਬੇ ਤੋਂ ਵੀ ਇਸ ਤਰ੍ਹਾਂ ਦੀ ਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਪ੍ਰੀਮੀਅਰ ਵੱਲੋਂ ਵੀ ਦੱਸਿਆ ਗਿਆ। ਕੈਨੇਡਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਜੋ ਮਾਮਲੇ ਵੱਧ ਰਹੇ ਨੇ, ਇਸ ਤੋਂ ਬਾਅਦ ਕਿਊਬਿਕ ਤੋਂ ਜਾਣਕਾਰੀ ਸਾਹਮਣੇ ਆਈ ਜਿੱਥੇ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ। ਇਹ ਸਲਾਹ ਜਨਤਕ ਥਾਵਾਂ ਵਾਸਤੇ ਜਾਰੀ ਕੀਤੀ ਗਈ। ਇਸ ਤੋਂ ਪਹਿਲਾਂ ਓਨਟਾਰੀਓ ਵਿੱਚ ਵੀ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ। ਓਨਟਾਰੀਓ ਤੋਂ ਬਾਅਦ ਹੁਣ ਕਿਊਬਿਕ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜਨਤਕ ਥਾਵਾਂ ਦੇ ਉੱਪਰ ਮਾਸਕ ਪਾਇਆ ਜਾਵੇ। ਕਿਊਬਿਕ ਹੈਲਥ ਮਿਨਿਸਟਰ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਕਿਹਾ ਕਿ ਮਾਸਕ ਲਗਾਉਣ ਨੂੰ ਲਾਜ਼ਮੀ ਨਹੀਂ ਬਣਾਇਆ ਜਾ ਰਿਹਾ, ਪਰ ਹਰ ਉਮਰ ਦੇ ਲੋਕਾਂ ਵਾਸਤੇ ਇਸ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪ੍ਰੋਵਿੰਸ ਵੱਲੋਂ ਇਹ ਫੈਸਲਾ ਕੋਰੋਨਾ ਤੇ ਫਲੂ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਪ੍ਰੋਵਿੰਸ ਦੇ ਪਬਲਿਕ ਹੈਲਥ ਡਾਇਰੈਕਟਰ ਵੱਲੋਂ ਕਿਹਾ ਗਿਆ ਕਿ ਮਾਸਕਿੰਗ ਆਪਸ਼ਨ ਦਾ ਉਦੇਸ਼ ਸਿਰਫ ਕੋਵਿਡ-19 ਹੀ ਨਹੀਂ, ਸਗੋਂ ਵਾਇਰਸ ਨੂੰ ਰੋਕਣਾ ਹੈ। ਕਿਊਬਿਕ ਦੇ ਪ੍ਰੀਮੀਅਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਨਤਕ ਥਾਵਾਂ ਵਾਸਤੇ ਮਾਸਕ ਲਾਜ਼ਮੀ ਕਰਨ ਦਾ ਕੋਈ ਵਿਚਾਰ ਨਹੀਂ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਮਾਸਕ ਲਾਜ਼ਮੀ ਬਣਾਉਣ ਦੀ ਸਿਫਾਰਿਸ਼ ਨਹੀਂ ਕੀਤੀ ਗਈ ਕਿਉਂਕਿ ਫਿਲਹਾਲ ਇਸ ਦੀ ਜ਼ਰੂਰਤ ਨਹੀਂ। ਦੱਸਣਯੋਗ ਹੈ ਕਿ ਪ੍ਰੋਵਿੰਸ ਵਿੱਚ ਲਾਜ਼ਮੀ ਮਾਸਕ ਦੀ ਪਾਲਿਸੀ ਨੂੰ ਇੰਡੋਰ ਥਾਵਾਂ ਤੇ ਪਿਛਲੇ ਮਈ ਮਹੀਨੇ ਵਿੱਚ ਅਤੇ ਪਬਲਿਕ ਟ੍ਰਾਂਜ਼ਿਟ ਵਿੱਚ ਜੂਨ ਮਹੀਨੇ ਦੌਰਾਨ ਹਟਾ ਦਿੱਤਾ ਗਿਆ। ਮੌਜੂਦਾ ਹਾਲਾਤਾਂ ਦੇ ਬਾਰੇ ਲਗਾਤਾਰ ਐਕਸਪਰਟਸ ਵੀ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਕਿਹੜੀ ਚੀਜ਼ ਸਾਨੂੰ ਖਤਰੇ ਦੇ ਵਿੱਚ ਪਾਉਂਦੀ ਹੈ। ਜਦੋਂ ਤੁਸੀਂ ਸਟੋਰ ਦੇ ਵਿੱਚ ਜਾਣ ਵਾਸਤੇ ਲਾਈਨ 'ਚ ਖੜੇ ਹੁੰਦੇ ਹੋ ਤਾਂ ਸਿਨੇਮਾ ਵਿੱਚ ਜਾਂਦੇ ਹੋ ਤਾਂ ਮਾਸਕ ਜ਼ਰੂਰ ਪਹਿਨੋ। ਕਿਊਬਿਕ ਦੇ ਹੈਲਥ ਮਿਨਿਸਟਰ ਵੱਲੋਂ ਕਿਹਾ ਗਿਆ ਕਿ ਕੋਵਿਡ-19 ਦੀ ਸਥਿਤੀ ਦੇ ਵਿੱਚ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇੱਕ ਵਧੀਆ ਕ੍ਰਿਸਮਸ ਪਾਰਟੀ ਕਰਨਾ ਚਾਹੁੰਦੇ ਹੋ ਤਾਂ ਤੁਰੰਤ ਹੀ ਕੋਵਿਡ-19 ਵੈਕਸੀਨ ਜ਼ਰੂਰ ਲਗਵਾਓ। ਇਸ ਤੋਂ ਇਲਾਵਾ ਫਲੂ ਸ਼ਾਟਸ ਲਗਾਉਣ ਦੀ ਵੀ ਅਪੀਲ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਓਨਟਾਰੀਓ ਸੂਬੇ ਵੱਲੋਂ ਵੀ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਥਾਵਾਂ ਦੇ ਉੱਪਰ ਮਾਸਕ ਜ਼ਰੂਰ ਪਾਉਣ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵੀ ਕੋਰੋਨਾ ਟੀਕੇ ਦੇ ਬਾਰੇ ਅਪੀਲ ਕਰ ਰਹੇ ਨੇ। ਮੂਲ ਨਿਵਾਸੀ ਭਾਈਚਾਰੇ ਦਾ ਮਾਣ ਵਧਿਆ, ਜਿੱਥੇ ਐਮਾ ਮਿਸ ਵਰਲਡ ਕੈਨੇਡਾ ਬਣ ਗਏ ਨੇ। ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਖਿਤਾਬ ਨਾਲੋਂ ਜ਼ਰੂਰੀ ਸੀ ਬਾਕੀਆਂ ਵਾਸਤੇ ਰਾਹ ਖੁੱਲ੍ਹਣਾ। ਮੂਲ ਨਿਵਾਸੀ ਭਾਈਚਾਰੇ ਦਾ ਉਹਨਾਂ ਵੱਲੋਂ ਖਾਸ ਤੌਰ ਦੇ ਉੱਪਰ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਉਹਨਾਂ ਵੱਲੋਂ ਆਪਣੀ ਖੁਸ਼ੀ ਵੀ ਸਾਂਝੀ ਕੀਤੀ ਗਈ ਹੈ। ਐਮਾ ਮੌਰਿਸਨ ਵੱਲੋਂ ਆਪਣਾ ਨਾਮ ਚਮਕਾਇਆ ਗਿਆ। ਉਹ ਮੂਲ ਨਿਵਾਸੀ ਭਾਈਚਾਰੇ ਵਿੱਚੋਂ ਮਿਸ ਵਰਲਡ ਕੈਨੇਡਾ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਔਰਤ ਬਣ ਗਈ ਹੈ। ਇਸ ਬਾਰੇ ਉਹਨਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੌਰਿਸਨ ਨੇ ਕਿਹਾ ਕਿ ਉਹਨਾਂ ਵੱਲੋਂ ਹੋਰਨਾਂ ਵਾਸਤੇ ਰਸਤਾ ਖੋਲ੍ਹ ਦਿੱਤਾ ਹੈ। ਜੀ ਹਾਂ, ਓਨਟਾਰੀਓ ਦੇ ਫਰਸਟ ਨੇਸ਼ਨ ਭਾਈਚਾਰੇ ਦੀ ਏਮਾ ਮੌਰਿਸਨ ਮਿਸ ਵਰਲਡ ਕੈਨੇਡਾ ਦਾ ਖਿਤਾਬ ਜਿੱਤਣ ਵਾਲੀ ਮੂਲ ਨਿਵਾਸੀ ਭਾਈਚਾਰੇ ਦੀ ਪਹਿਲੀ ਔਰਤ ਬਣ ਗਈ ਹੈ। ਮੌਰਿਸਨ ਦਾ ਅਗਲਾ ਟਾਰਗੇਟ ਅਗਲੇ ਸਾਲ ਵੀਅਤਨਾਮ ਵਿੱਚ ਹੋਣ ਵਾਲਾ ਅੰਤਰਰਾਸ਼ਟਰੀ ਮਿਸ ਵਰਲਡ ਮੁਕਾਬਲਾ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਖਿਤਾਬ ਪਹਿਲੀ ਮੂਲ ਨਿਵਾਸੀ ਔਰਤ ਹੋਣ ਬਾਰੇ ਨਹੀਂ ਸੀ। ਮੈਂ ਹੋਰਨਾਂ ਮੂਲ ਨਿਵਾਸੀ ਲੋਕਾਂ ਲਈ ਦਰਵਾਜ਼ਾ ਖੋਲ੍ਹਣਾ ਚਾਹੁੰਦੀ ਸੀ। ਮੌਰਿਸਨ ਦਾ ਪਹਿਲਾ ਮੁਕਾਬਲਾ ਮਿਸ ਨਾਰਥ ਓਨਟਾਰੀਓ ਮੁਕਾਬਲਾ ਸੀ, ਜਿੱਥੇ ਕੁੱਲ 39 ਵਿੱਚੋਂ ਸਿਰਫ 3 ਮੂਲ ਨਿਵਾਸੀ ਪ੍ਰਤੀਯੋਗੀ ਸਨ। ਦੱਸਿਏ ਕਿ ਮੌਰਿਸਨ ਮੁਤਾਬਕ ਕੈਨੇਡਾ ਦੇ ਸੁੰਦਰਤਾ ਮੁਕਾਬਲੇ ਵਿੱਚ ਮੂਲ ਨਿਵਾਸੀ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਇਸ ਸਾਲ ਦੀ ਮਿਸ ਨਾਰਥ ਓਨਟਾਰੀਓ ਗ੍ਰੇਸ ਵੈਬ ਡੌਕਿਸ ਫਰਸਟ ਨੇਸ਼ਨ ਭਾਈਚਾਰੇ ਦੀ ਮੁਟਿਆਰ ਹੈ, ਜੋ ਕਿ 10 ਮੂਲ ਨਿਵਾਸੀ ਪ੍ਰਤੀਯੋਗੀਆਂ ਵਿੱਚੋਂ ਇੱਕ ਸੀ। ਉਹਨਾਂ ਦਾ ਕਹਿਣਾ ਹੈ ਕਿ ਮੈਂ ਇਹ ਸਭ ਕੁਝ ਇਹਨਾਂ ਮੂਲ ਨਿਵਾਸੀ ਭਾਈਚਾਰੇ ਦੀਆਂ ਹੋਰਨਾਂ ਛੋਟੀਆਂ ਕੁੜੀਆਂ ਵਾਸਤੇ ਕੀਤਾ, ਕਿਉਂਕਿ ਮੈਂ ਵੀ ਕਦੇ ਇਹਨਾਂ ਦੀ ਸਥਿਤੀ ਵਿੱਚ ਹੀ ਸੀ। ਮੌਰਿਸਨ ਦਾ ਕਹਿਣਾ ਹੈ ਕਿ ਕੁਝ ਕਰਨ ਦਾ ਮਤਲਬ ਸਿਰਫ ਖਿਤਾਬ ਜਿੱਤਣਾ ਹੀ ਨਹੀਂ। ਤੁਸੀਂ ਕਿਸੇ ਯੂਨੀਵਰਸਿਟੀ ਵਾਸਤੇ ਅਪਲਾਈ ਕਰ ਸਕਦੇ ਹੋ ਜਾਂ ਕਿਸੇ ਹੋਰ ਖੇਤਰ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਦੱਸਣਯੋਗ ਹੈ ਕਿ ਮੌਰਿਸਨ ਭਾਵੇਂ ਕਿ ਇੰਡੀਜੀਅਸ ਭਾਈਚਾਰੇ ਦੀ ਪਹਿਲੀ ਮਿਸ ਵਰਲਡ ਕੈਨੇਡਾ ਹੈ, ਪਰ ਸੁੰਦਰਤਾ ਮੁਕਾਬਲੇ ਵਿੱਚ ਸਿਖਰ ਛੂਹਣ ਵਾਲੀ ਉਹ ਪਹਿਲੀ ਔਰਤ ਨਹੀਂ ਹੈ। ਸਾਲ 2015 ਦੌਰਾਨ ਐਸ਼ਲੇ ਮਿਸਿਸ ਯੂਨੀਵਰਸ ਬਣਨ ਵਾਲੀ ਪਹਿਲੀ ਔਰਤ ਸੀ, ਜੋ ਕਿ ਮੂਲ ਨਿਵਾਸੀ ਭਾਈਚਾਰੇ ਨਾਲ ਸੰਬੰਧਿਤ ਸੀ। ਮੌਰਿਸਨ ਨੇ ਐਸ਼ਲੇ ਦੀ ਤੁਲਨਾ ਇੱਕ ਵੱਡੀ ਭੈਣ ਨਾਲ ਕਰਦੇ ਹੋਏ ਕਿਹਾ ਕਿ ਉਹ ਐਸ਼ਲੇ ਦੇ ਮਾਰਗਦਰਸ਼ਨ ਦੇ ਨਾਲ ਇਸ ਖੇਤਰ ਦੇ ਵਿੱਚ ਅੱਗੇ ਵਧੀ ਹੈ।
ਇਸ ਤੋਂ ਇਲਾਵਾ ਮੌਰਿਸਨ ਦਾ ਕਹਿਣਾ ਹੈ ਕਿ ਉਹ ਵੀ ਮੇਰੇ ਵਾਂਗ ਮੂਲ ਨਿਵਾਸੀ ਭਾਈਚਾਰੇ ਵਿੱਚੋਂ ਹੈ ਤੇ ਸਭ ਉਦਾਹਰਣ ਹੈ ਕਿ ਤੁਸੀਂ ਜੇਕਰ ਕੁਝ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ। ਦੋ ਜਾਣਿਆਂ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਜੇ ਇਸ ਮਾਮਲੇ ਬਾਰੇ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਨਵੈਸਟੀਗੇਸ਼ਨ ਜਾਰੀ ਹੈ। ਰਿਚਮੰਡ RCMP ਸਟੇਸ਼ਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਦੋ ਜਾਣਿਆਂ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਅਪਡੇਟ ਜਾਰੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਚਾਕੂ ਲੱਗਣ ਦੇ ਕਾਰਨ ਦੋ ਜਾਣੇ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹ ਘਟਨਾ 10:56 ਦੇ ਕਰੀਬ ਸਵੇਰ ਵੇਲੇ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਸਪੈਕਟ ਮੌਕੇ ਵਾਲੀ ਥਾਂ ਤੋਂ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਫਰਾਰ ਹੋ ਗਿਆ, ਪਰ ਬਾਅਦ ਦੇ ਵਿੱਚ ਉਸ ਨੂੰ ਹਾਈਵੇ 1 ਦੇ ਨੇੜਿਓਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਸਪੈਕਟ ਬਿਜ਼ਨਸ ਦੇ ਨਾਲ ਹੀ ਜੁੜਿਆ ਹੋਇਆ ਹੈ, ਜਿੱਥੇ ਇਹ ਛੁਰੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ। ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਸ ਮਾਮਲੇ ਦਾ ਆਮ ਲੋਕਾਂ ਨੂੰ ਕੋਈ ਵੀ ਖਤਰਾ ਨਹੀਂ ਹੈ। ਫਿਲਹਾਲ ਪੁਲਿਸ ਵੱਲੋਂ ਪੀੜਤਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਸਿਰਫ ਇਹੀ ਦੱਸਿਆ ਗਿਆ ਹੈ ਕਿ ਚਾਕੂ ਲੱਗਣ ਕਾਰਨ ਉਹ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹੁਣ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਦੇ ਵਿੱਚ ਸਸਪੈਕਟ ਦਾ ਵੀ ਨਾਮ ਨਹੀਂ ਦੱਸਿਆ ਗਿਆ। ਓਨਟਾਰੀਓ ਦੇ ਵਿੱਚ ਇੱਕ ਵਾਰ ਫਿਰ ਤੋਂ ਸਕੂਲ ਬੰਦ ਹੋ ਸਕਦੇ ਨੇ ਤੇ ਸਰਕਾਰ ਵੱਲੋਂ ਵੀ ਇਸ ਸੰਬੰਧੀ ਆਪਣੀ ਯੋਜਨਾ ਬਣਾਈ ਜਾ ਰਹੀ ਹੈ। ਸਕੂਲਾਂ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਉਹ ਆਨਲਾਈਨ ਕਲਾਸਾਂ ਸੰਬੰਧੀ ਯੋਜਨਾ ਬਣਾ ਲੈਣ, ਕਿਉਂਕਿ ਐਜੂਕੇਸ਼ਨਲ ਵਰਕਰਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਮੁੜ ਤੋਂ ਹੜਤਾਲ ਤੇ ਜਾ ਸਕਦੇ ਨੇ। ਵਿੱਚ ਜਿੱਥੇ ਇੱਕ ਵਾਰ ਫਿਰ ਤੋਂ ਸਕੂਲ ਬੰਦ ਹੋਣ ਦੀ ਚਰਚਾ ਹੋ ਰਹੀ ਹੈ, ਤਾਂ ਉੱਥੇ ਓਨਟਾਰੀਓ ਸਰਕਾਰ ਵੱਲੋਂ ਇੱਕ ਸਲਾਹ ਜਾਰੀ ਕਰ ਦਿੱਤੀ ਗਈ ਹੈ। ਓਨਟਾਰੀਓ ਵੱਲੋਂ तमाम ਸਕੂਲਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਘਰ ਤੋਂ ਹੀ ਆਨਲਾਈਨ ਪੜ੍ਹਾਈ ਦੀ ਯੋਜਨਾ ਤਿਆਰ ਕਰਨ। ਅਜਿਹਾ ਉਸ ਦੌਰਾਨ ਕੀਤਾ ਜਾਵੇਗਾ ਜੇਕਰ ਜੋ ਐਜੂਕੇਸ਼ਨ ਵਰਕਰਸ ਨੇ ਉਹ ਹੜਤਾਲ ਦੇ ਉੱਪਰ ਜਾਂਦੇ ਹਨ। ਦੱਸ ਦਈਏ ਕਿ ਪਿਛਲੇ ਦਿਨੀ ਐਜੂਕੇਸ਼ਨਲ ਵਰਕਰਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਮੁੜ ਤੋਂ ਹੜਤਾਲ ਤੇ ਜਾਣਗੇ, ਕਿਉਂਕਿ ਓਨਟਾਰੀਓ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਇਸ ਤੋਂ ਪਹਿਲਾਂ ਓਨਟਾਰੀਓ ਸਰਕਾਰ ਵੱਲੋਂ ਹੜਤਾਲ ਰੋਕਣ ਵਾਸਤੇ ਜਿਹੜਾ ਕਾਨੂੰਨ ਲਿਆਂਦਾ ਗਿਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ, ਜਿਸ ਬਾਰੇ ਪ੍ਰੀਮੀਅਰ ਡਗਫੋਰਡ ਨੇ ਅਪਡੇਟ ਜਾਰੀ ਕੀਤੀ। ਹੁਣ ਤਾਜ਼ਾ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। The minister makes more than $160,000 a year, and he's calling workers who have to feed their children at food banks greedy. The minister says his offer is generous, but it doesn't keep up with inflation, let alone let them get ahead. The minister calls $1,600 a year a generous offer, but it's 1/10 of what every backbench MPP got when they're promoted to parliamentary assistant. The minister says there's been 222,246 lost days since 1988. And in terms of school years, that's 11 and a half. Stop the clock. The minister has been saying there's been 2,246 lost days From since its side, come to 1988. order. And in terms of school years, that would be 11 and a half years. Nobody is buying the spin. People are tired of the minister's games. Parents saw through what the Conservatives did last time. My question, Speaker, is when will the Conservative government take the time and energy they waste on spin and just sit down and negotiate a fair deal that will put education support workers in every class and keep them there? And to reply, the Minister of Education. Mr. Speaker, it isn't about the money, but the hashtag was 39K is not okay. This entire campaign has been under the guise of insisting upon higher pay on the backs of Opposition, come kids. to order. We have significantly increased the pay, $335 million more in a week. We provided a flat rate. We are maintaining the best benefits and pensions and sick leave. And even still, the never-ending moving yardstick and goalposts of the QP. Accept the deal before us. Accept yes, and make sure that kids in this province stay in school every single day, Speaker. ਹਾਊਸ ਸਪੀਕਰ ਵੱਲੋਂ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਆਪਣਾ ਅਹੁਦਾ ਛੱਡਣ ਦੀ ਗੱਲ ਕਹੀ ਹੈ। ਨੈਂਸੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਆਪਣੇ ਅਹੁਦੇ ਦੇ ਉੱਪਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ ਤੇ ਹੁਣ ਉਹਨਾਂ ਨੇ ਅਹੁਦਾ ਛੱਡਣ ਦਾ ਫੈਸਲਾ ਕਰ ਲਿਆ। ਅਮਰੀਕਾ ਤੋਂ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਨੈਂਸੀ ਪੈਲੋਸੀ ਵੱਲੋਂ ਇੱਕ ਫੈਸਲਾ ਕੀਤਾ ਗਿਆ। ਹਾਊਸ ਸਪੀਕਰ ਨੈਂਸੀ ਪੈਲੋਸੀ ਦਾ ਕਹਿਣਾ ਹੈ ਕਿ ਉਹ ਹੁਣ ਡੈਮੋਕ੍ਰੈਟਿਕ ਲੀਡਰ ਦੇ ਤੌਰ ਦੇ ਉੱਪਰ ਆਪਣਾ ਅਹੁਦਾ ਛੱਡਣ ਜਾ ਰਹੇ ਨੇ। ਉਹਨਾਂ ਵੱਲੋਂ 2 ਦਹਾਕੇ ਤੋਂ ਬਾਅਦ ਡੈਮੋਕ੍ਰੈਟਿਕ ਪਾਰਟੀ ਲੀਡਰ ਦੇ ਤੌਰ ਦੇ ਉੱਪਰ ਪਿੱਛੇ ਹਟਣ ਦੀ ਗੱਲ ਕਹੀ ਹੈ। ਨੈਂਸੀ ਪੈਲੋਸੀ ਵੱਲੋਂ ਹਾਊਸ ਫਲੋਰ ਤੇ ਆਪਣੀ ਸਪੀਚ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਉਹ ਅਗਲੀਆਂ ਚੋਣਾਂ ਦੇ ਵਾਸਤੇ ਨਹੀਂ ਖੜੇ ਹੋਣਗੇ।
ਦੱਸੀਏ ਕਿ ਨੈਂਸੀ ਸਾਲ 2007 ਤੋਂ ਸਾਲ 2021 ਤੱਕ ਸਪੀਕਰ ਰਹੇ ਨੇ ਤੇ ਸਾਲ 2019 ਦੌਰਾਨ ਉਹ ਆਪਣੀ ਇਸ ਜੌਬ ਦੇ ਉੱਪਰ ਵਾਪਸ ਆ ਗਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਨੈਂਸੀ ਦੇ ਪਤੀ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ। ਕਿਸੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਕੇ ਹਥੌੜੇ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ 5 ਫੁੱਟ ਤੱਕ ਸਨੋ ਪੈ ਸਕਦੀ ਹੈ। ਇਹ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੁਝ ਕਾਉਂਟੀਜ਼ ਵਾਸਤੇ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਮੌਸਮ ਸੰਬੰਧੀ ਕੀ ਹੈ ਜਾਣਕਾਰੀ, ਇਹ ਸਾਰੀ ਡਿਟੇਲ ਦੱਸੀ ਗਈ। ਅਮਰੀਕਾ ਦੇ ਇੱਕ ਹਿੱਸੇ ਵਿੱਚ ਸਨੋ ਸਟ੍ਰੋਮ ਦੇ ਚੱਲਦਿਆਂ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ, ਜਿਸ ਬਾਰੇ ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਨਿਊਯਾਰਕ ਦੇ ਬਫਲੋ ਦੇ ਵਿੱਚ ਸਟੇਟ ਆਫ ਐਮਰਜੈਂਸੀ ਐਲਾਨੀ ਗਈ ਹੈ, ਕਿਉਂਕਿ ਇੱਥੇ ਸਨੋ ਸਟ੍ਰੋਮ ਦਾ ਅਸਰ ਦਿਖਾਈ ਦੇ ਰਿਹਾ ਹੈ। ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇੱਥੇ 5 ਫੁੱਟ ਤੱਕ ਸਨੋ ਪੈ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਫਲੋ ਦੇ ਵਿੱਚ ਸਨੋ ਸਟ੍ਰੋਮ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਪ੍ਰਭਾਵ 48 ਘੰਟੇ ਤੱਕ ਰਹਿ ਸਕਦਾ ਹੈ। ਇਸ ਤੋਂ ਬਾਅਦ ਨਿਊਯਾਰਕ ਦੇ ਗਵਰਨਰ ਵੱਲੋਂ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਗਿਆ, ਜੋ ਕਿ ਉਹਨਾਂ ਵੱਲੋਂ 11 ਕਾਉਂਟੀਜ਼ ਵਾਸਤੇ ਐਲਾਨੀ ਗਈ ਹੈ। ਆਮ ਲੋਕਾਂ ਨੂੰ ਇਸ ਤੂਫਾਨ ਸੰਬੰਧੀ ਇਹ ਸੂਚਨਾ ਦਿੱਤੀ ਗਈ ਹੈ ਕਿ ਉਹ ਆਪਣੀ ਤਿਆਰੀ ਰੱਖਣ। ਇਸ ਦੇ ਪਿੱਛੇ ਕਲਾਈਮੇਟ ਚੇਂਜ ਨੂੰ ਵੀ ਇੱਕ ਕਾਰਨ ਮੰਨਿਆ ਜਾ ਰਿਹਾ, ਜਿਸ ਕਾਰਨ ਮੌਸਮ ਵੀ ਹੁਣ ਗੜਬੜ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਫਲੋ ਦੇ ਵਿੱਚ 4 ਤੋਂ 5 ਫੁੱਟ ਤੱਕ ਬਰਫ਼ਬਾਰੀ ਹੋ ਸਕਦੀ ਹੈ। ਮਿਨੀਐਪੋਲਿਸ ਦੇ ਵਿੱਚ ਤਾਪਮਾਨ 27 ਡਿਗਰੀ ਤੱਕ ਜਾ ਸਕਦਾ ਹੈ। ਸ਼ਿਕਾਗੋ ਵਾਸਤੇ 33 ਡਿਗਰੀ ਦੀ ਜਾਣਕਾਰੀ ਅਤੇ ਨਿਊਯਾਰਕ, ਵਾਸ਼ਿੰਗਟਨ ਡੀਸੀ ਵਾਸਤੇ ਇਹ ਜਾਣਕਾਰੀ 46 ਡਿਗਰੀ ਦੀ ਸਾਂਝੀ ਕੀਤੀ ਗਈ ਹੈ। ਲਗਾਤਾਰ ਆਮ ਲੋਕਾਂ ਨੂੰ ਇਸ ਦੀ ਜਾਣਕਾਰੀ ਟਵਿੱਟਰ ਦੇ ਉੱਪਰ ਵੀ ਸਾਂਝੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਇਹੀ ਸਲਾਹ ਦਿੱਤੀ ਗਈ ਕਿ ਉਹ ਆਪਣੀ ਤਿਆਰੀ ਰੱਖਣ ਤੇ ਇਸ ਮੌਸਮ ਤੋਂ ਆਪਣਾ ਬਚਾਅ ਵੀ ਰੱਖਿਆ ਜਾਵੇ। ਅਸਾਈਲਮ ਸੀਕਰਸ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਹੜੇ ਅਸਾਈਲਮ ਸੀਕਰਸ ਹੋਰ ਸ਼ਹਿਰਾਂ ਤੋਂ ਭੇਜੇ ਜਾ ਰਹੇ ਨੇ, ਉਹਨਾਂ ਦਾ ਫਿਲਾਡੈਲਫੀਆ ਦੇ ਵਿੱਚ ਸਵਾਗਤ ਕੀਤਾ ਗਿਆ। ਇਹਨਾਂ ਅਸਾਈਲਮ ਸੀਕਰਸ ਨੂੰ ਖਾਣਾ ਵੀ ਵੰਡਿਆ ਗਿਆ। ਜਿਹੜਾ ਬੱਚਾ ਸੀ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਕਿਉਂਕਿ ਉਸਦੇ ਡੀਹਾਈਡਰੇਸ਼ਨ ਦੇ ਲੱਛਣ ਦਿਖਾਈ ਦੇ ਰਹੇ ਸਨ। ਟੈਕਸਸ ਤੋਂ ਭੇਜੇ ਜਾ ਰਹੇ ਅਸਾਈਲਮ ਸੀਕਰਸ ਦਾ ਫਿਲਾਡੈਲਫੀਆ ਦੇ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇੱਥੋਂ ਦੇ ਲੋਕਾਂ ਵੱਲੋਂ ਬੜੇ ਹੀ ਪਿਆਰ ਦੇ ਨਾਲ ਉਹਨਾਂ ਨੂੰ ਵੈਲਕਮ ਕਿਹਾ ਗਿਆ। ਜਾਣਕਾਰੀ ਮੁਤਾਬਕ 28 ਅਸਾਈਲਮ ਸੀਕਰਸ ਜਿਹੜੇ ਕਿ ਪਨਾਮਾ, ਕਿਊਬਾ ਅਤੇ ਹੋਰ ਕਈ ਥਾਵਾਂ ਦੇ ਨਾਲ ਜੁੜੇ ਹੋਏ ਹਨ, ਉਹ ਫਿਲਾਡੈਲਫੀਆ ਦੇ 30th ਸਟਰੀਟ ਸਟੇਸ਼ਨ ਦੇ ਉੱਪਰ ਪਹੁੰਚੇ ਹਨ। ਇਮੀਗ੍ਰੈਂਟ ਅਫੇਅਰ ਆਫਿਸ ਵੱਲੋਂ ਉਹਨਾਂ ਨੂੰ ਹੈਲਥ ਸਕਰੀਨਿੰਗ ਦਿੱਤੀ ਗਈ ਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਵੰਡੀਆਂ ਗਈਆਂ। ਇਹ ਅਸਾਈਲਮ ਸੀਕਰ ਇੱਥੇ ਕਾਫੀ ਲੰਬੀ ਯਾਤਰਾ ਤੈਅ ਕਰਕੇ ਪਹੁੰਚੇ ਹਨ, ਜਿਸ ਤੋਂ ਬਾਅਦ 10 ਸਾਲ ਦੇ ਇੱਕ ਬੱਚੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਕਿਉਂਕਿ ਉਸ ਦੇ ਵਿੱਚ ਡੀਹਾਈਡਰੇਸ਼ਨ ਦੇ ਲੱਛਣ ਦਿਖਾਈ ਦੇ ਰਹੇ ਸਨ। ਇਹਨਾਂ ਵਿੱਚੋਂ ਕਈ ਅਸਾਈਲਮ ਸੀਕਰਸ ਨੂੰ ਉਮੀਦ ਹੈ ਕਿ ਨਿਊ ਜਰਸੀ ਅਤੇ ਨਿਊਯਾਰਕ ਦੇ ਵਿੱਚ ਉਹ ਆਪਣੀ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਸਕਣਗੇ। ਦੱਸ ਦਈਏ ਕਿ ਨਿਊਯਾਰਕ ਦੇ ਵਿੱਚ 1400 ਤੋਂ ਵੱਧ ਮਾਈਗ੍ਰੈਂਟਸ ਅਤੇ ਅਸਾਈਲਮ ਸੀਕਰਸ ਪਹੁੰਚੇ ਹਨ। ਉਹਨਾਂ ਵੱਲੋਂ ਯੂਐਸ ਦੇ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮਾਈਗ੍ਰੇਸ਼ਨ ਦਾ ਮੁੱਦਾ ਅਮਰੀਕਾ ਦੇ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਦਿਨੀ ਬਾਰਡਰ ਦੇ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆਈ, ਜਿੱਥੇ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਦੇ ਫੈਸਲੇ ਦੇ ਉੱਪਰ ਆਪਣਾ ਫੈਸਲਾ ਸੁਣਾਇਆ ਗਿਆ। ਦਰਅਸਲ ਕੋਰੋਨਾ ਪੈਂਡੇਮਿਕ ਦੌਰਾਨ ਬਾਰਡਰ ਦੇ ਉੱਪਰ ਸਾਬਕਾ ਰਾਸ਼ਟਰਪਤੀ ਵੱਲੋਂ ਸਖਤੀ ਕੀਤੀ ਗਈ, ਪਰ ਬਾਅਦ ਦੇ ਵਿੱਚ ਬਾਈਡਨ ਪ੍ਰਸ਼ਾਸਨ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਇਨ੍ਹਾਂ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾਵੇਗੀ। ਇਸ ਦਾ ਕਈ ਥਾਵਾਂ ਦੇ ਉੱਪਰ ਵਿਰੋਧ ਵੀ ਦੇਖਣ ਨੂੰ ਮਿਲਿਆ, ਖਾਸਕਰ ਟੈਕਸਸ ਦੇ ਗਵਰਨਰ ਇਸ ਦੇ ਵਿਰੁੱਧ ਦਿਖਾਈ ਦਿੱਤੇ। ਕੱਲ ਜੱਜ ਵੱਲੋਂ ਆਪਣਾ ਫੈਸਲਾ ਸੁਣਾਉਂਦਿਆਂ ਬਾਰਡਰ ਸੰਬੰਧੀ ਰਾਹਤ ਦਿੱਤੀ ਗਈ ਹੈ। ਇੱਥੇ ਵੀ ਦੱਸਣਯੋਗ ਹੈ ਕਿ ਟੈਕਸਸ ਦੇ ਗਵਰਨਰ ਵੱਲੋਂ ਲਗਾਤਾਰ ਮਾਈਗ੍ਰੇਸ਼ਨ ਦੇ ਮੁੱਦੇ ਨੂੰ ਚੁੱਕਿਆ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਬਾਈਡਨ ਪ੍ਰਸ਼ਾਸਨ ਦੇ ਫੈਸਲੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਬੱਸਾਂ ਦੇ ਵਿੱਚ ਪ੍ਰਵਾਸੀਆਂ ਨੂੰ ਬਿਠਾ ਕੇ ਕਈ ਹੋਰ ਸ਼ਹਿਰਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ। ਅਮਰੀਕਾ ਬਾਰਡਰ ਦੇ ਉੱਪਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਏਜੰਟਸ ਵੱਲੋਂ ਸਮਗਲਿੰਗ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀ, ਜਦੋਂ ਦੋਨਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਤੇ ਏਜੰਟਸ ਨੂੰ ਵੀ ਗੋਲੀ ਲੱਗੀ ਹੈ। ਇਸ ਤੋਂ ਪਹਿਲਾਂ ਇੱਕ ਨਸ਼ਾ ਬਰਾਮਦ ਕਰਨ ਦੀ ਵੀ ਜਾਣਕਾਰੀ ਦਿੱਤੀ ਗਈ ਸੀ, ਜਿੱਥੇ ਲਾਸ਼ ਵੀ ਮਿਲੀ। ਅਮਰੀਕਾ ਮੈਕਸੀਕੋ ਬਾਰਡਰ ਦੇ ਉੱਪਰ ਆਪਰੇਸ਼ਨ ਚਲਾਇਆ ਗਿਆ, ਜਿੱਥੇ ਕਈ ਬਾਰਡਰ ਅਧਿਕਾਰੀ ਜ਼ਖਮੀ ਹੋਏ ਹਨ।
ਜਾਣਕਾਰੀ ਮੁਤਾਬਕ ਪੋਰਟੋ ਰਿਕੋ ਦੇ ਕੋਸਟ ਦੇ ਉੱਪਰ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਵੱਲੋਂ ਸਮਗਲਿੰਗ ਦੇ ਵਿਰੁੱਧ ਇੱਕ ਆਪਰੇਸ਼ਨ ਚਲਾਇਆ ਜਾ ਰਿਹਾ ਸੀ, ਜਿੱਥੇ ਕਈ ਏਜੰਟਸ ਨੂੰ ਗੋਲੀ ਲੱਗੀ ਤੇ ਉਹ ਜ਼ਖਮੀ ਹੋਏ ਨੇ। CBP ਵੱਲੋਂ ਇਸ ਬਾਰੇ ਇੱਕ ਸਟੇਟਮੈਂਟ ਜਾਰੀ ਕੀਤੀ ਗਈ, ਜਿੱਥੇ ਦੱਸਿਆ ਕਿ ਇਹ ਮਾਮਲਾ ਸਵੇਰ ਵੇਲੇ ਸਾਹਮਣੇ ਆਇਆ। ਫਿਲਹਾਲ ਅਜੇ ਕੋਈ ਬਹੁਤੀ ਜਾਣਕਾਰੀ ਇਸ ਬਾਰੇ ਜਨਤਕ ਨਹੀਂ ਕੀਤੀ ਗਈ। ਉਨ੍ਹਾਂ ਵੱਲੋਂ ਨਹੀਂ ਦੱਸਿਆ ਗਿਆ ਕਿ ਕਿੰਨੇ ਏਜੰਟਸ ਜ਼ਖਮੀ ਹੋਏ ਨੇ ਤੇ ਉਨ੍ਹਾਂ ਦੀ ਕੀ ਇਸ ਸਮੇਂ ਸਥਿਤੀ ਬਣੀ ਹੋਈ ਹੈ। ਪੀੜਤਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਇਹ ਜ਼ਰੂਰ ਦੱਸਿਆ ਗਿਆ ਕਿ 17 ਨਵੰਬਰ 8 ਵਜੇ ਦੇ ਕਰੀਬ ਜਦੋਂ ਸਮਗਲਿੰਗ ਦੇ ਖਿਲਾਫ ਆਪਰੇਸ਼ਨ ਚਲਾਇਆ ਗਿਆ ਤਾਂ ਗੋਲੀਆਂ ਚੱਲੀਆਂ ਤੇ ਗੋਲੀਆਂ ਏਜੰਟਸ ਨੂੰ ਵੀ ਲੱਗੀਆਂ ਹਨ। ਬਾਅਦ ਦੇ ਵਿੱਚ ਬਾਰਡਰ ਅਧਿਕਾਰੀਆਂ ਵੱਲੋਂ ਇਹਨਾਂ ਪੀੜਤ ਏਜੰਟਸ ਨੂੰ 에ਅਰਲਿਫਟ ਕੀਤਾ ਗਿਆ ਤੇ ਉਹਨਾਂ ਨੂੰ ਟਰਾਮਾ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਮਾਮਲੇ ਸੰਬੰਧੀ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਦੇ ਵਿੱਚ ਅਜੇ ਬਹੁਤੀ ਜਾਣਕਾਰੀ ਨਹੀਂ ਦਿੱਤੀ ਗਈ। ਦੱਸ ਦਈਏ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬਾਰਡਰ ਅਧਿਕਾਰੀਆਂ ਨੂੰ ਤੱਟ ਦੇ ਨੇੜਿਓਂ $2 ਮਿਲੀਅਨ ਦੀ ਕੀਮਤ ਦੀ ਕੋਕੇਨ ਬਰਾਮਦ ਹੋਈ। ਇਸ ਤੋਂ ਇਲਾਵਾ ਕਿਸ਼ਤੀ ਦੇ ਨੇੜੇ ਇੱਕ ਵਿਅਕਤੀ ਵੀ ਉਹਨਾਂ ਨੂੰ ਮ੍ਰਿਤਕ ਹਾਲਤ ਦੇ ਵਿੱਚ ਮਿਲਿਆ। ਜਿਸ ਵਿਅਕਤੀ ਦੀ ਲਾਸ਼ ਮਿਲੀ ਹੈ ਉਸ ਸੰਬੰਧੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਵਿਅਕਤੀ ਦੀ ਪਹਿਚਾਣ ਜਾਂ ਫਿਰ ਇਸ ਬਾਰੇ ਕੋਈ ਹੋਰ ਬਹੁਤੀ ਜਾਣਕਾਰੀ ਅਜੇ ਨਹੀਂ ਦੱਸੀ ਗਈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 35 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਹੋਇਆ ਸਨਮਾਨ। PR ਸੈਰੇਮਨੀ ਦਾ ਕੀਤਾ ਗਿਆ ਆਯੋਜਨ। ਦਸਤਾਰਧਾਰੀ ਸਿੱਖ ਨੂੰ ਕੈਨੇਡਾ ਵਿੱਚ ਮਿਲਿਆ ਮਾਣ। ਪਹਿਲਾ ਸਿੱਖ ਬਣਿਆ ਬ੍ਰੈਂਪਟਨ ਦਾ ਡਿਪਟੀ ਮੇਅਰ। ਨਸ਼ੇ ਦੀ ਇਤਿਹਾਸਿਕ ਬਰਾਮਦਗੀ, ਇੱਕ ਦਿਨ ਦੇ ਵਿੱਚ ਫੜਿਆ $58 ਮਿਲੀਅਨ ਦਾ ਨਸ਼ਾ। ਹੈਲਥ ਸੈਕਟਰ ਦਾ ਸੰਕਟ ਹੋਰ ਡੂੰਘਾ, ਆ ਸਕਦੀ ਹੈ ਡਾਕਟਰਾਂ ਦੀ ਕਮੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।